दूसरी शौकत हियरस्टाइल बिकम्स ईजियर 59 में ईटीटी ਦੀ ਪੋਸਟਾਂ ਦੀ ਪ੍ਰੈਪਰੇਸ਼ਨ ਆਪਾਂ ਆਪਣੇ ਚੈਨਲ ਤੇ ਸ਼ੁਰੂ ਕੀਤੀ ਹੈ। 5 ਸਬਜੈਕਟ ਦੀ ਪ੍ਰੈਪਰੇਸ਼ਨ ਆਪਾਂ ਆਪਣੇ ਚੈਨਲ ਤੇ ਕਰ ਰਹੇ ਹਾਂ, ਜਿਹਦੇ ਵਿੱਚ ਬਾਇਓ ਦੇ ਆਪਾਂ ਚੈਪਟਰ ਸ਼ੁਰੂ ਕੀਤੇ ਹੋਏ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾ ਚੈਪਟਰ ਸੈੱਲ ਨੂੰ ਆਪਾਂ ਕੰਪਲੀਟ ਕਰ ਚੁੱਕੇ ਹਾਂ। ਟਿਸ਼ੂ ਚੈਪਟਰ ਆਪਾਂ ਸਟਾਰਟ ਕਰ ਚੁੱਕੇ ਹਾਂ। ਸੋ ਸੈੱਲ ਚੈਪਟਰ ਜੋ ਆਪਾਂ ਕੰਪਲੀਟ ਕਰ ਚੁੱਕੇ ਹਾਂ ਉਸ ਦੇ ਰਿਗਾਰਡਿੰਗ ਆਪਾਂ ਕੁਝ ਐਮਸੀਕਿਊਜ਼ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ, ਤਾਂ ਕਿ ਇਹਨਾਂ ਐਮਸੀਕਿਊਜ਼ ਨੂੰ ਕਰਦੇ ਤੁਹਾਨੂੰ ਪਤਾ ਚੱਲ ਜਾਏ, ਤੁਹਾਨੂੰ ਇਹ ਕਲੀਅਰ ਹੋ ਜਾਏਗਾ ਕਿ ਤੁਹਾਨੂੰ ਉਹ ਚੈਪਟਰ ਕਿੰਨਾ ਕੁ ਜ਼ਿਆਦਾ ਕਲੀਅਰ ਹੋ ਚੁੱਕਿਆ ਤੇ ਕਿੰਨਾ ਕੁ ਸਮਝ ਆ ਚੁੱਕਿਆ, ਔਰ ਤੁਹਾਡੀ ਕਿੱਥੇ ਕਿੱਥੇ ਜਿਹੜੀ ਕਮੀ ਹੈ ਜਾਂ ਕਿਹੜਾ ਟੌਪਿਕ ਥੋੜਾ ਰਿਵਾਈਜ਼ ਕਰਨ ਵਾਲਾ ਇਹਨਾਂ ਐਮਸੀਕਿਊਜ਼ ਤੋਂ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਕਲੀਅਰ ਹੋ ਜਾਏਗੀ। ਸੋ ਐਮਸੀਕਿਊ ਜਿਹੜੇ ਆਪਾਂ ਪ੍ਰੀਪੇਅਰ ਕਰਦੇ ਹਾਂ। ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਜੇ ਤੁਹਾਨੂੰ ਸੈੱਲ ਦੇ ਹਾਲੇ ਤੱਕ ਲੈਕਚਰਸ ਨਹੀਂ ਦੇਖੇ ਹੈਗੇ ਤਾਂ ਆਈ ਬਟਨ ਤੇ ਕਲਿੱਕ ਕਰਕੇ ਤੁਹਾਨੂੰ ਸਾਰੇ ਲੈਕਚਰਸ ਮਿਲ ਜਾਣਗੇ। ਸਭ ਤੋਂ ਪਹਿਲਾ ਕੁਐਸਚਨ ਆਪਣੇ ਪਾਸ, ਗੈਸੀਅਸ ਐਕਸਚੇਂਜ ਇਨ ਸੈਲਸ ਟੇਕਸ ਪਲੇਸ। ਗੈਸਾਂ ਦਾ ਜਿਹੜਾ ਐਕਸਚੇਂਜ ਹੈ, ਆਦਾਨ ਪ੍ਰਦਾਨ ਹੈ, ਉਹ ਸੈੱਲ ਦੇ ਵਿੱਚ ਕਿਸ ਦੁਆਰਾ ਹੁੰਦਾ ਹੈ? ਸਭ ਤੋਂ ਪਹਿਲਾ ਹੈ ਜੀ ਓਸਮੋਸਿਸ, ਦੂਸਰਾ ਐਕਸੋਸਾਈਟੋਸਿਸ, ਤੀਸਰਾ ਡਿਫਿਊਜ਼ਨ, ਚੌਥਾ ਹੈ ਐਂਡੋਸਾਈਟੋਸਿਸ। ਤੁਹਾਨੂੰ ਸਾਰੀ ਜਿੱਥੇ ਵੀ ਪੰਜਾਬੀ ਦੀ ਜ਼ਰੂਰਤ ਹੋਏਗੀ ਤੁਹਾਨੂੰ ਪੰਜਾਬੀ ਕਰਕੇ ਆਪਾਂ ਨਾਲ ਨਾਲ ਦੱਸੀ ਜਾਵਾਂਗੇ। ਜਿਹੜੇ ਨਾਮ ਨੇ ਪ੍ਰੋਸੈਸਿਸ ਦੇ ਉਹ ਪੰਜਾਬੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਸੇਮ ਰਹਿੰਦੇ ਨੇ, ਸੋ ਤੁਹਾਨੂੰ ਇਸ ਤਰ੍ਹਾਂ ਹੀ ਯਾਦ ਕਰਨ ਦੀ ਜ਼ਰੂਰਤ ਹੈ ਉਹ। ਸੋ ਪਹਿਲਾ ਕੁਐਸਚਨ ਹੈ ਜੀ ਗੈਸੀਅਸ ਯਾਨੀ ਕਿ ਗੈਸਾਂ ਦਾ ਐਕਸਚੇਂਜ ਇੱਕ ਸੈੱਲ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ, ਆਪਾਂ ਤੁਹਾਨੂੰ ਪਹਿਲੇ ਹੀ ਲੈਕਚਰ ਦੇ ਵਿੱਚ ਕਲੀਅਰ ਕੀਤਾ ਸੀ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਸੀ। ਸੋ ਸੀ ਉਸ ਦਾ ਰਾਈਟ ਆਪਸ਼ਨ ਹੋਏਗਾ। ਡਿਫਿਊਜ਼ਨ ਦੀ ਪ੍ਰੋਸੈਸ ਆਪਾਂ ਤੁਹਾਨੂੰ ਦੱਸਿਆ ਸੀ ਕਿ ਵਾਟਰ ਹੋਵੇ ਜਾਂ ਗੈਸਿਸ ਹੋਣ ਉਹ ਹਮੇਸ਼ਾ ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਦੀ ਤਰਫ ਮੂਵ ਕਰਦੀਆਂ ਨੇ। ਸੈਕਿੰਡ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸੈਲ ਆਰਗੇਨੇਲੀ ਇਜ਼ ਫਾਊਂਡ ਓਨਲੀ ਇਨ ਪਲਾਂਟ। ਨਿਕੜਾ ਅੰਗ ਹੈ ਜੋ ਸਿਰਫ ਪੌਦਿਆਂ ਦੇ ਵਿੱਚ ਪਾਇਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਜੀ ਗੋਲਜੀ ਕੰਪਲੈਕਸ, ਜਿਸ ਨੂੰ ਪੰਜਾਬੀ ਵਿੱਚ ਗੋਲਜੀ ਕਾਇਆ ਕਿਹਾ ਜਾਂਦਾ ਹੈ। ਦੂਸਰਾ ਮਾਈਟੋਕੌਂਡਰੀਆ, ਤੀਸਰਾ ਪਲਾਸਟਿਡਸ ਤੇ ਚੌਥਾ ਰਾਈਬੋਸੋਮਸ। ਸੋ ਇਸ ਦਾ ਰਾਈਟ ਆਪਸ਼ਨ ਹੋਗਾ ਜੀ ਆਪਸ਼ਨ ਨੰਬਰ ਸੀ ਪਲਾਸਟਿਡਸ। ਪਲਾਸਟਿਡ ਸਿਰਫ ਪੌਦਿਆਂ ਦੇ ਵਿੱਚ ਪਾਏ ਜਾਂਦੇ ਨੇ, ਲੇਕਿਨ ਜਿਹੜੇ ਬਾਕੀ ਤਿੰਨ ਹੈਗੇ ਨੇ ਉਹ ਪੌਦਿਆਂ ਤੇ ਜਾਨਵਰ ਦੋਨਾਂ ਦੇ ਸੈੱਲ ਦੇ ਵਿੱਚ ਪਾਏ ਜਾਂਦੇ ਨੇ। ਨੈਕਸਟ ਕੁਐਸਚਨ ਆਪਣੇ ਪਾਸ, ਵਟ ਇਜ਼ ਦਾ ਸੈਂਟਰਲ ਰੋਲ ਆਫ ਦਾ ਨਿਊਕਲੀਅਸ। ਸੈਂਟਰਲ ਰੋਲ ਮੇਨ ਕੰਮ ਨਿਊਕਲੀਅਸ ਦਾ ਕੀ ਹੈ? ਨਿਊਕਲੀਅਸ ਨੂੰ ਪੰਜਾਬੀ ਵਿੱਚ ਕੇਂਦਰਕ ਕਹਿੰਦੇ ਨੇ। ਫਸਟ ਆਪਸ਼ਨ ਹੈ ਜੀ ਡਿਫਿਊਜ਼ਨ, ਸੈਕਿੰਡ ਹੈ ਓਸਮੋਸਿਸ, ਤੀਸਰਾ ਹੈ ਐਕਸਕ੍ਰੀਸ਼ਨ ਆਫ ਟੌਕਸਿਕ ਮਟੀਰੀਅਲਸ, ਚੌਥਾ ਹੈ ਰੀਪਰੋਡਕਸ਼ਨ। ਓਸਮੋਸਿਸ ਮੈਂ ਤੁਹਾਨੂੰ ਦੱਸ ਦੇਵਾਂ ਜੀ, ਡਿਫਿਊਜ਼ਨ ਤੇ ਓਸਮੋਸਿਸ ਨੂੰ ਪੰਜਾਬੀ ਦੇ ਵਿੱਚ ਪ੍ਰਸਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਸੋ ਨਿਊਕਲੀਅਸ ਦਾ ਮੇਨ ਕੰਮ ਕੀ ਹੈ? ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਡੀ। ਕੇਂਦਰਕ ਦਾ ਮੇਨ ਸੈਂਟਰਲ ਰੋਲ, ਮੁੱਖ ਕੰਮ ਜਿਹੜਾ ਕੇਂਦਰਕ ਦਾ ਉਹ ਰੀਪਰੋਡਕਸ਼ਨ ਜਿਹੜਾ ਹੈ, ਪ੍ਰਜਨਨ ਦਾ ਮੇਨ ਕੰਮ ਹੈ। ਜਦੋਂ ਵੀ ਸੈੱਲ ਵਿਭਾਜਿਤ ਹੁੰਦਾ ਹੈ, ਰੀਪਰੋਡਕਸ਼ਨ ਕਿਰਿਆ ਹੁੰਦੀ ਹੈ, ਤਾਂ ਉਹਦੇ ਵਿੱਚ ਨਿਊਕਲੀਅਸ ਜਿਹੜਾ ਉਹ ਆਪਣਾ ਮੇਨ ਰੋਲ ਪਲੇ ਕਰਦਾ ਹੈ। ਕੁਐਸਚਨ ਨੰਬਰ 4 ਹੈ ਦੈਨ ਆਰਗੈਨਿਜ਼ਮ ਮੇਡ ਅਪ ਆਫ ਓਨਲੀ ਅ ਸਿੰਗਲ ਸੈੱਲ ਇਜ਼ ਨੋਨ ਐਜ਼। ਇੱਕ ਐਸੇ ਸਜੀਵ ਜਿਹੜੇ ਸਿਰਫ ਇੱਕ ਸੈੱਲ ਤੋਂ ਮਿਲ ਕੇ ਬਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਇਹਦਾ ਆਪਾਂ ਅਕਸਰ ਹੀ ਤੁਹਾਨੂੰ ਬਾਰ-ਬਾਰ ਵੀਡੀਓ ਦੇ ਵਿੱਚ ਦੱਸਿਆ, ਯੂਨੀਸੈਲੂਲਰ, ਅਸੈਲੂਲਰ, ਮਲਟੀਸੈਲੂਲਰ, ਨਨ ਆਫ ਥੀਸ। ਸੋ ਇਸਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਏ ਯੂਨੀਸੈਲੂਲਰ। ਯੂਨੀ ਦਾ ਮਤਲਬ ਹੀ ਹੁੰਦਾ ਜੀ ਇੱਕ ਸੈੱਲ ਤੋਂ ਮਿਲ ਕੇ ਬਣੇ ਹੋਏ ਸਜੀਵ ਨੂੰ ਕਿਹਾ ਜਾਂਦਾ ਹੈ ਯੂਨੀਸੈਲੂਲਰ। ਨੈਕਸਟ ਕੁਐਸਚਨ ਆਪਣੇ ਪਾਸ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਪਾਰਟ ਆਫ ਦਾ ਨਿਊਕਲੀਅਸ। ਇਹਨਾਂ ਵਿੱਚੋਂ ਤੁਹਾਨੂੰ ਦੱਸਣਾ ਕਿ ਕੇਂਦਰਕ ਦਾ ਕਿਹੜਾ ਹਿੱਸਾ ਨਹੀਂ ਹੈ। ਸਭ ਤੋਂ ਪਹਿਲਾਂ ਕ੍ਰੋਮੈਟਿਨ, ਦੂਸਰਾ ਨਿਊਕਲੀਓਲਸ, ਤੀਸਰਾ ਸੈਂਟਰੋਜ਼ੋਮ, ਚੌਥਾ ਹੈ ਜੀ ਨਿਊਕਲੀਓਪਲਾਜ਼ਮ। ਇਸਦਾ ਰਾਈਟ ਆਪਸ਼ਨ ਕੀ ਹੋਏਗਾ ਜੀ? ਇਸਦਾ ਰਾਈਟ ਆਪਸ਼ਨ ਹੋਏਗਾ ਸੀ ਸੈਂਟਰੋਜ਼ੋਮ। ਸੈਂਟਰੋਜ਼ੋਮ ਇੱਕ ਨਿਕੜਾ ਅੰਗ ਹੈ ਜੋ ਕਿ ਸਾਈਟੋਪਲਾਜ਼ਮ ਦੇ ਵਿੱਚ ਪਾਇਆ ਜਾਂਦਾ ਹੈ, ਨਿਊਕਲੀਅਸ ਦੇ ਅੰਦਰ, ਕੇਂਦਰਕ ਦੇ ਅੰਦਰ ਨਹੀਂ ਹੁੰਦਾ। ਕ੍ਰੋਮੈਟਿਨ ਕੇਂਦਰਕ ਦੇ ਅੰਦਰ ਹੁੰਦਾ, ਜੋ ਬਾਅਦ ਦੇ ਵਿੱਚ ਕ੍ਰੋਮੋਜ਼ੋਮਸ ਯਾਨੀ ਕਿ ਗੁਣਸੂਤਰ ਬਣ ਜਾਂਦੇ ਆ। ਨਿਊਕਲੀਓਲਸ ਵੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਨਿਊਕਲੀਅਸ ਦੇ ਅੰਦਰ ਪਾਇਆ ਜਾਂਦਾ ਹੈ। ਅਗਰ ਤੁਹਾਨੂੰ ਨਿਊਕਲੀਅਸ ਵਾਲੀ ਹਲੇ ਉਹ ਵੀਡੀਓ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ। ਨਿਊਕਲੀਓਪਲਾਜ਼ਮ ਉਹ ਫਲੂਇਡ ਹੁੰਦਾ, ਉਹ ਦਰਵ ਹੁੰਦਾ ਜੋ ਨਿਊਕਲੀਅਸ ਦੇ ਅੰਦਰ ਪਾਇਆ ਜਾਂਦਾ ਹੈ, ਕੇਂਦਰਕ ਦੇ ਅੰਦਰ ਪਾਇਆ ਜਾਂਦਾ। ਇਸਨੂੰ ਕੇਂਦਰਕ ਦਰਵ ਕਿਹਾ ਜਾਂਦਾ ਪੰਜਾਬੀ 'ਚ। ਸੈਂਟਰੋਜ਼ੋਮ ਤਾਂ ਇੱਕ ਨਿਕੜਾ ਅੰਗ ਹੈ ਜੋ ਕਿ ਸੈੱਲ ਦਾ ਭਾਗ ਹੈ, ਨਾ ਕਿ ਨਿਊਕਲੀਅਸ ਦਾ। ਕੁਐਸਚਨ ਨੰਬਰ 6 ਹੈ ਆਪਣੇ ਪਾਸ, ਅ ਸਫੈਰੀਕਲ ਸ਼ੇਪਡ ਸਟਰਕਚਰ ਪ੍ਰੈਜ਼ੈਂਟ ਇਨ ਦਾ ਸੈਂਟਰ ਆਫ ਐਨ ਐਨੀਮਲ ਸੈੱਲ ਇਜ਼ ਨੋਨ ਐਜ਼। ਤਾਂ ਐਨੀਮਲ ਸੈੱਲ ਦੇ ਅੰਦਰ ਸੈਂਟਰ ਦੇ ਵਿੱਚ ਇੱਕ ਸਫੈਰੀਕਲ ਯਾਨੀ ਕਿ ਗੋਲਾਕਾਰ ਸ਼ੇਪ ਦੇ ਵਿੱਚ ਇੱਕ ਸਟਰਕਚਰ, ਇੱਕ ਢਾਂਚਾ, ਇੱਕ ਬਣਤਰ ਦਾ ਇੱਕ ਚੀਜ਼ ਪਈ ਹੁੰਦੀ ਹੈ, ਉਸਦਾ ਨਾਮ ਪੁੱਛਿਆ, ਉਸਨੂੰ ਕੀ ਕਿਹਾ ਜਾਂਦਾ ਹੈ? ਉਸਨੂੰ ਸਾਈਟੋਪਲਾਜ਼ਮ ਕਿਹਾ ਜਾਂਦਾ ਹੈ, ਉਸਨੂੰ ਨਿਊਕਲੀਅਸ ਕਿਹਾ ਜਾਂਦਾ ਹੈ, ਉਸਨੂੰ ਪਲਾਸਟਿਡ ਕਿਹਾ ਜਾਂਦਾ ਹੈ, ਜਾਂ ਉਸਨੂੰ ਵੈਕਿਊਲ ਕਿਹਾ ਜਾਂਦਾ ਹੈ। ਸਾਈਟੋਪਲਾਜ਼ਮ ਨੂੰ ਪੰਜਾਬੀ ਦੇ ਵਿੱਚ ਸੈੱਲ ਦਰਵ ਕਿਹਾ ਜਾਂਦਾ ਹੈ, ਨਿਊਕਲੀਅਸ ਨੂੰ ਕੇਂਦਰਕ, ਪਲਾਸਟਿਡ ਨੂੰ ਪਲਾਸਟਿਡ ਹੀ ਕਿਹਾ ਜਾਂਦਾ ਹੈ, ਤੇ ਵੈਕਿਊਲ ਨੂੰ ਰਸਧਾਨੀਆ ਕਿਹਾ ਜਾਂਦਾ ਹੈ। ਸੋ ਇਸਦਾ ਰਾਈਟ ਆਪਸ਼ਨ ਹੋਏਗਾ ਜੀ ਬੀ ਨਿਊਕਲੀਅਸ। ਐਨੀਮਲ ਸੈੱਲ ਦੇ ਸੈਂਟਰ ਦੇ ਵਿੱਚ ਗੋਲਾਕਾਰ ਸ਼ੇਪ ਦੇ ਵਿੱਚ ਨਿਊਕਲੀਅਸ ਯਾਨੀ ਕਿ ਕੇਂਦਰਕ ਪਿਆ ਹੁੰਦਾ ਹੈ। ਕੁਐਸਚਨ ਨੰਬਰ 7 ਆਪਣੇ ਪਾਸ, ਵਿਚ ਆਫ ਦਾ ਫੋਲੋਇੰਗ ਆਰ ਅਮੀਬੋਇਡਸ ਇਨ ਸ਼ੇਪ। ਅਮੀਬੋਇਡਸ ਦਾ ਮਤਲਬ ਕੀ ਹੈ ਕਿ ਆਪਾਂ ਇਹਨਾਂ ਚਾਰ ਆਪਸ਼ਨਾਂ ਦੇ ਵਿੱਚ ਦੱਸਣਾ ਹੈ ਕਿ ਉਹ ਕੌਣ ਹੈ ਜਿਨ੍ਹਾਂ ਦੇ ਵਿੱਚ ਅਮੀਬਾ ਵਾਲੇ ਕਰੈਕਟਰਿਸਟਿਕਸ ਨੇ। ਅਮੀਬਾ ਵਾਲੇ ਕਰੈਕਟਰਿਸਟਿਕਸ ਤੋਂ ਕੀ ਮਤਲਬ ਹੈ ਕਿ ਉਹ ਜੋ ਆਪਣੀ ਸ਼ੇਪ ਜਿਹੜੀ ਆ ਉਹ ਹਰ ਇੱਕ ਮੋਮੈਂਟ ਤੇ ਚੇਂਜ ਕਰਦੇ ਰਹਿੰਦੇ ਆ। ਸੋ ਫਸਟ ਆਪਸ਼ਨ ਹੈ ਜੀ ਅਮੀਬਾ, ਸੈਕਿੰਡ ਹੈ ਵਾਈਟ ਬਲੱਡ ਸੈਲਸ, ਥਰਡ ਹੈ ਬੋਥ ਏ ਐਂਡ ਬੀ, ਤੇ ਫੋਰਥ ਹੈ ਰੈਡ ਬਲੱਡ ਸੈਲਸ। ਸੋ ਇਸਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਸੀ। ਅਮੀਬਾ ਤੇ ਵਾਈਟ ਬਲੱਡ ਸੈਲਸ ਇਹ ਦੋਨੋਂ ਹੀ ਜਿਹੜੀਆਂ ਆਪਣੀ ਸ਼ੇਪ ਜਿਹੜੀ ਹੈ ਉਹ ਚੇਂਜ ਕਰਦੇ ਰਹਿੰਦੇ ਆ, ਤਾਂ ਇਹਨਾਂ ਦੀ ਫਿਕਸ ਸ਼ੇਪ ਨਹੀਂ ਹੈਗੀ। ਅਮੀਬਾ ਦੀ ਵੀ ਨਹੀਂ ਹੈ, ਵਾਈਟ ਬਲੱਡ ਸੈਲਸ ਦੀ ਵੀ ਨਹੀਂ ਹੈ। ਲੇਕਿਨ ਇੱਥੇ ਕੁਐਸਚਨ ਇਹ ਵੀ ਆ ਜਾਂਦਾ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਵਟ ਇਜ਼ ਦ ਡਿਫਰੈਂਸ ਬਿਟਵੀਨ ਅਮੀਬਾ ਐਂਡ ਵਾਈਟ ਬਲੱਡ ਸੈਲਸ। ਦੋਨੋਂ ਹੀ ਆਪਣੀ ਸ਼ੇਪ ਚੇਂਜ ਕਰਦੇ ਨੇ, ਲੇਕਿਨ ਉਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ? ਸਿਮਿਲਰਿਟੀ ਆਪਾਂ ਦੇਖ ਚੁੱਕੇ ਹਾਂ,
लेकिन डिफरेंस की है, डिफरेंस ये है अमीबा अपने आप ਦੇ ਵਿੱਚ ਪੂਰਾ ਇੱਕ ਸਜੀਵ ਹੈ ਜੋ ਸਾਰੀਆਂ ਹੀ ਪ੍ਰਕਿਰਿਆਵਾਂ ਜੋ ਇੱਕ ਸਜੀਵ ਹੋਣ ਵਾਸਤੇ ਹੁੰਦੀਆਂ ਨੇ ਉਹ ਸਾਰੀਆਂ ਪ੍ਰਕਿਰਿਆਵਾਂ ਕਰਦਾ ਹੈ, ਪੂਰਾ ਇੱਕ ਸਜੀਵ ਹੈ, ਲਿਵਿੰਗ ਆਰਗੈਨਿਜ਼ਮ ਹੈ। ਲੇਕਿਨ ਵਾਈਟ ਬਲੱਡ ਸੈੱਲ ਸਿਰਫ ਇੱਕ ਸੈੱਲ ਨੇ, ਇਹ ਇੱਕ ਸਜੀਵ ਨਹੀਂ ਹੈ, ਪੂਰਾ ਲਿਵਿੰਗ ਆਰਗੈਨਿਜ਼ਮ ਨਹੀਂ ਹੈ, ਸਿਰਫ ਇੱਕ ਸੈੱਲ ਨੇ। ਤੇ ਇਹ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਹੈਗਾ, ਲੇਕਿਨ ਦੋਨਾਂ ਦੇ ਵਿੱਚ ਹੀ ਇਹ ਕਰੈਕਟਰਿਸਟਿਕਸ ਹੈ ਪਾਏ ਜਾਂਦੇ ਆ ਕਿ ਉਹ ਆਪਣੀ ਸ਼ੇਪ ਜਿਹੜੀ ਆ ਉਹ ਚੇਂਜ ਕਰਦੇ ਰਹਿੰਦੇ ਆ। ਹਾਂਜੀ, ਕੁਐਸਚਨ ਨੰਬਰ 8 ਹੈਗਾ ਆਪਣੇ ਪਾਸ, ਦ ਲਾਰਜੈਸਟ ਸੈੱਲ ਮੈਜ਼ਰਿੰਗ 170 mm into 150 mm ਇਜ਼ ਦ ਐਗ ਆਫ। ਇਹ ਆਪਾਂ ਤੁਹਾਨੂੰ 4th ਲੈਕਚਰ ਦੇ ਵਿੱਚ ਦੱਸਿਆ ਸੀ। ਸੋ ਲਾਰਜੈਸਟ ਸੈੱਲ ਕਿਸ ਦੇ ਸੈੱਲ ਨੂੰ ਲਾਰਜੈਸਟ ਸਭ ਤੋਂ ਬੜਾ ਸੈੱਲ ਕਿਹਾ ਜਾਂਦਾ ਹੈ, ਨਾਲ ਹੀ ਇੱਥੇ ਸਾਈਜ਼ ਵੀ ਦਿੱਤਾ ਹੋਇਆ 170 mm into 150 mm। ਸੋ ਕਿਸ ਦੇ ਸੈੱਲ ਨੂੰ ਸਭ ਤੋਂ ਬੜਾ, ਸਭ ਤੋਂ ਲਾਰਜੈਸਟ ਸੈੱਲ ਮੰਨਿਆ ਜਾਂਦਾ ਹੈ? ਸਭ ਤੋਂ ਪਹਿਲਾਂ ਹੈ ਜੀ ਪੈਂਗੁਇਨ, ਬੀ ਆਪਸ਼ਨ ਹੈ ਪੀਕੋਕ, ਸੀ ਓਸਟ੍ਰਿਚ, ਡੀ ਹੈ ਈਗਲ। ਸੋ ਇਸਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ ਓਸਟ੍ਰਿਚ। ਪੰਜਾਬੀ 'ਚ ਇਸਨੂੰ ਕਹਿੰਦੇ ਸ਼ੁਤਰਮੁਰਗ, ਮੁਰਗਾਬੀ ਵੀ ਕਿਹਾ ਜਾਂਦਾ। ਸੋ ਕੁਝ ਵੀ ਕਹਿ ਸਕਦੇ ਹੋ ਤੁਸੀਂ, ਉਸਦੇ ਸੈੱਲ ਨੂੰ ਹੀ ਸਭ ਤੋਂ ਉਸਦਾ ਜੋ ਐਗ ਹੁੰਦਾ ਤੇ ਉਹ ਐਗ ਜਿਹੜਾ ਸਭ ਤੋਂ ਲਾਰਜੈਸਟ ਐਗ ਜਾਂ ਸਭ ਤੋਂ ਲਾਰਜੈਸਟ ਸੈੱਲ ਜਿਹੜਾ ਉਸਨੂੰ ਮੰਨਿਆ ਜਾਂਦਾ ਹੈ, ਕਿਉਂਕਿ ਉਸਦਾ ਸਾਈਜ਼ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ। ਕੁਐਸਚਨ ਨੰਬਰ 9 ਆਪਣੇ ਪਾਸ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਦਾ ਨਿਊਕਲੀਅਸ ਆਫ ਅ ਸੈੱਲ। ਤਾਂ ਸੈੱਲ ਦੇ ਯਾਨੀ ਕਿ ਕੋਸ਼ਿਕਾ ਦੇ ਕੇਂਦਰਕ ਬਾਰੇ ਇਹਨਾਂ ਵਿੱਚੋਂ ਲਿਖੀ ਹੋਈ ਕਿਹੜੀ ਜਿਹੜੀ ਚਾਰ ਸਟੇਟਮੈਂਟ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਭ ਤੋਂ ਸਹੀ ਹੈ, ਕਿਹੜਾ ਕਥਨ ਸਾਰਿਆਂ ਵਿੱਚੋਂ ਸਹੀ ਹੈ? ਟਰੂ ਬਾਰੇ ਪੁੱਛਿਆ ਜਾ ਰਿਹਾ ਇੱਥੇ। ਸੋ ਫਸਟ ਆਪਸ਼ਨ ਹੈ ਇਟ ਇਜ਼ ਬਾਉਂਡਡ ਬਾਈ 2 ਮੈਂਬਰੇਨ, ਕੀ ਕੇਂਦਰਕ 2 ਮੈਂਬਰੇਨ 2 ਝਿੱਲੀਆਂ ਨਾਲ ਘਿਰਿਆ ਹੁੰਦਾ ਹੈ। ਬੀ ਆਪਸ਼ਨ ਇਟ ਕੰਟਰੋਲਸ ਆਲ ਦ ਐਕਟੀਵਿਟੀਜ਼ ਇਨ ਦ ਸੈੱਲ, ਕੀ ਕੋਸ਼ਿਕਾ ਦੇ ਵਿੱਚ ਸਾਰੀਆਂ ਹੀ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਸੀ ਹੈ ਇਟ ਕੰਟੇਨਸ ਜੈਨੇਟਿਕ ਇਨਫੋਰਮੇਸ਼ਨ, ਅਨੁਵੰਸ਼ਿਕ ਜਾਣਕਾਰੀ ਜਿਹੜੀ ਹੈ ਉਹ ਕੇਂਦਰਕ ਦੇ ਵਿੱਚ ਹੁੰਦੀ ਹੈ। ਜਾਂ ਡੀ ਹੈ ਆਲ ਆਫ ਥੀਸ। ਸੋ ਇਸਦਾ ਰਾਈਟ ਆਪਸ਼ਨ ਕੀ ਹੋਏਗਾ? ਇਸਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਡੀ, ਕਿਉਂਕਿ ਕੇਂਦਰਕ ਦੇ ਵਿੱਚ ਇਹ ਸਾਰੀਆਂ ਹੀ ਕਥਨ ਸਹੀ ਆ। ਕੇਂਦਰਕ ਦੀਆਂ 2 ਜਿਹੜੀਆਂ ਝਿੱਲੀਆਂ ਹੁੰਦੀਆਂ ਨੇ, 2 ਮੈਂਬਰੇਨ ਹੁੰਦੀਆਂ ਨੇ, ਨਾਲ ਹੀ ਇਹ ਸਾਰੀਆਂ ਐਕਟੀਵਿਟੀਜ਼ ਕੋਸ਼ਿਕਾ ਦੀ ਸੈੱਲ ਦੀ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਵੀ ਕਰਦਾ ਹੈ। ਪਲੱਸ ਆਪਾਂ ਨੂੰ ਪਤਾ ਇਹਦੇ ਵਿੱਚ ਕ੍ਰੋਮੈਟਿਨਸ ਹੁੰਦੇ ਨੇ ਜੋ ਸੈੱਲ ਡਿਵੀਜ਼ਨ ਦੇ ਟਾਈਮ ਉਹ ਕ੍ਰੋਮੋਜ਼ੋਮਸ ਬਣ ਜਾਂਦੇ ਨੇ ਤੇ ਉਹ ਜਿਹੜਾ ਗੁਣਸੂਤਰ ਜਿਨ੍ਹਾਂ ਨੂੰ ਆਪਾਂ ਗੁਣਸੂਤਰ ਕਹਿੰਦੇ ਹਾਂ, ਤੇ ਆਨੂਵੰਸ਼ਿਕਤਾ ਦੀ ਜਾਣਕਾਰੀ ਜਿਹੜੀ ਆ ਉਹ ਮਾਪਿਆਂ ਤੋਂ ਅਗਲੀ ਪੀੜ੍ਹੀ ਤੱਕ, ਪੇਰੈਂਟਸ ਤੋਂ ਆਫਸਪ੍ਰਿੰਗਸ ਤੱਕ ਪਹੁੰਚਾਉਂਦੇ ਨੇ। ਸੋ ਇਹ ਸਾਰੇ ਹੀ ਕਥਨ ਜਿਹੜੇ ਹੈ ਕੇਂਦਰਕ ਦੇ ਰਿਗਾਰਡਿੰਗ, ਨਿਊਕਲੀਅਸ ਦੇ ਰਿਗਾਰਡਿੰਗ ਬਿਲਕੁਲ ਸਹੀ ਨੇ ਜੀ। ਨੈਕਸਟ ਕੁਐਸਚਨ ਆਪਣੇ ਪਾਸ, ਦ ਨੰਬਰ ਆਫ ਟੋਟਲ ਸੈਲਸ ਫਾਰਮਡ ਆਫਟਰ ਮਾਈਟੋਸਿਸ ਇਜ਼। ਤਾਂ ਮਾਈਟੋਸਿਸ ਆਪਾਂ ਤੁਹਾਨੂੰ ਦੱਸਿਆ ਸੀ ਇੱਕ ਪ੍ਰਕਿਰਿਆ ਹੁੰਦੀ ਹੈ ਸੈੱਲ ਡਿਵੀਜ਼ਨ ਦੀ, ਸੈੱਲ ਵਿਭਾਜਨ ਦੀ ਇੱਕ ਪ੍ਰਕਿਰਿਆ ਹੈ। ਸੈੱਲ ਵਿਭਾਜਨ ਦੀਆਂ 2 ਪ੍ਰਕਿਰਿਆ ਹੁੰਦੀਆਂ ਨੇ, ਇੱਕ ਮਾਈਟੋਸਿਸ ਹੁੰਦੀ ਹੈ, ਇੱਕ ਮਾਇਓਸਿਸ ਹੁੰਦੀ ਹੈ। ਸੋ ਉਹਨਾਂ ਨੇ ਮਾਈਟੋਸਿਸ ਦੇ ਵਿੱਚ ਪੁੱਛਿਆ ਕਿ ਉਹਦੇ ਅੰਦਰ ਇਸ ਪ੍ਰਕਿਰਿਆ ਦੇ ਤਹਿਤ ਜੋ ਡੋਟਰ ਸੈੱਲ ਬਣਦੇ ਨੇ, ਜੋ ਅਗਲੀ ਪੀੜ੍ਹੀ ਦੇ ਜੋ ਨਵੇਂ ਸੰਤਾਨ ਸੈੱਲ ਬਣਦੇ ਨੇ, ਉਹਦੇ ਨੰਬਰਸ ਕਿੰਨੇ ਨੇ? 1 2 4 ਜਾਂ 8। ਸੋ ਇਸਦਾ ਰਾਈਟ ਆਪਸ਼ਨ ਹੋਗਾ ਜੀ ਬੀ ਆਪਸ਼ਨ 2। ਤਾਂ ਮਾਈਟੋਸਿਸ ਦੀ ਪ੍ਰਕਿਰਿਆ ਦੇ ਵਿੱਚ ਜੋ ਸੰਤਾਨ ਸੈੱਲ ਬਣਦੇ, ਜੋ ਡੋਟਰ ਸੈੱਲ ਬਣਦੇ ਨੇ, ਹੁੰਦੇ ਆ ਜੀ 2। ਸੋ ਇੱਕ ਸੈੱਲ ਤੋਂ ਅੱਗੇ ਡਿਵਾਈਡ ਹੋ ਕੇ 2 ਸੈੱਲ ਬਣ ਜਾਂਦੇ ਨੇ। ਜਿਹੜੀ ਇਹਦੀ ਦੂਸਰੀ ਪ੍ਰਕਿਰਿਆ ਹੁੰਦੀ ਹੈ ਮਾਇਓਸਿਸ, ਉਸ ਤੋਂ ਜਿਹੜੇ 4 ਸੰਤਾਨ ਸੈੱਲ ਬਣਦੇ ਨੇ। ਲੇਕਿਨ ਮਾਈਟੋਸਿਸ ਤੇ ਮਾਇਓਸਿਸ ਇਹਨਾਂ ਵਿੱਚ ਕੀ ਡਿਫਰੈਂਸ ਹੈ, ਕਿਸ ਤਰ੍ਹਾਂ ਇਹ ਜਿਹੜੀ ਨੇ ਪ੍ਰਕਿਰਿਆਵਾਂ ਹੁੰਦੀਆਂ ਨੇ ਸੈੱਲ ਡਿਵੀਜ਼ਨ ਨੂੰ ਅਗਰ ਤੁਸੀਂ ਸਮਝਣਾ ਹੈ ਤਾਂ ਤੁਸੀਂ ਲੈਕਚਰ ਨੰਬਰ 3 ਦੇਖ ਸਕਦੇ ਹੋ, ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਸੈੱਲ ਡਿਵੀਜ਼ਨ ਨੂੰ ਐਕਸਪਲੇਨ ਕੀਤਾ ਹੈ। ਇਹਨਾਂ ਸਾਰੀ ਵੀਡੀਓਜ਼ ਦਾ ਲਿੰਕ ਤੁਹਾਨੂੰ ਆਈ ਬਟਨ 'ਤੇ ਕਲਿੱਕ ਕਰਕੇ ਮਿਲ ਜਾਏਗਾ। ਸੋ ਇਹ ਸੀਗੇ ਜੀ ਕੁਐਸਚਨ। ਸੋ 59 ETT ਦੇ ਲਈ ਸਾਇੰਸ ਦੇ ਰਿਗਾਰਡਿੰਗ ਪਹਿਲੇ ਹੀ ਸੈੱਲ ਜੋ ਆਪਾਂ ਟੌਪਿਕ ਕੀਤਾ ਸੀ ਉਹਦੇ ਰਿਗਾਰਡਿੰਗ ਕੁਝ MCQ ਸੀ। ਆਈ ਹੋਪ MCQs ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਤੇ ਇਸ ਤੋਂ ਤੁਹਾਨੂੰ ਇਹ ਵੀ ਕਲੀਅਰ ਹੋਇਆ ਹੋਵੇਗਾ ਕਿ ਤੁਹਾਨੂੰ ਕਨਸੈਪਟਸ ਕਿੰਨੀ ਚੰਗੀ ਤਰ੍ਹਾਂ ਕਲੀਅਰ ਨੇ ਤੇ ਕਿੱਥੇ ਟੌਪਿਕ ਦੇ ਵਿੱਚ ਤੁਹਾਡੀ ਕਮੀ ਹੈ ਤੇ ਕਿਹੜਾ ਟੌਪਿਕ ਤੁਹਾਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਆਈ ਹੋਪ ਤੁਹਾਨੂੰ ਸਾਰੇ MCQs ਜਿਹੜੇ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਪਾਉਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰ ਲਿਓ। ਟੈਲੀਗ੍ਰਾਮ ਚੈਨਲ ਜਾਂ ਫੇਸਬੁੱਕ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।